9 ਜੂਨ 1984 ਸਫਾਈ ਮਜ਼ਦੂਰਾਂ ਨੇ ਹੱਥ ਰੰਗ ਲਏ। 10 ਜੂਨ 1984 ਦਰਬਾਰ ਸਾਹਿਬ ਵੇਖ ਕੇ ਕਲੇਜਾ ਧੋਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਨੇ ਦੱਸਿਆ ਕਿ ਕੱਲ ਜਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉੱਥੇ ਹੋਈ ਤਬਾਹੀ ਦੇ ਕੇ ਰੋ ਪਏ ਸਨ। ਫੌਜ ਨੇ ਭਾਵੇਂ ਪਰਿਕਰਮਾ ਸਾਫ਼ ਕਰਕੇ ਫਿਨਾਇਲ ਆਦਿ ਛਿੜਕ ਦਿੱਤੀ ਸੀ, ਪਰ ਹਾਲੇ ਤੱਕ ਲਾਸ਼ਾਂ ਦੀ ਸੜਿਆਂਦ ਨਹੀਂ ਗਈ ਸੀ। ਦੱਸਿਆ ਗਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੇ ਸਾਰੀ ਤਬਾਹੀ ਦਾ ਦ੍ਰਿਸ਼ ਗਿਆਨੀ ਜੀ ਨੂੰ ਵਿਖਾਉਂਦਿਆਂ ਵਾਰ-ਵਾਰ ਕਿਹਾ, ਆਹ ਵੇਖੋ ਤੁਹਾਡੀ ਫੌਜ ਨੇ ਕੀ ਬਰਬਾਦੀ ਕੀਤੀ ਹੈ। ਗਿਆਨੀ ਜੀ ਨੇ ਸ੍ਰੀ ਦਰਬਾਰ ਸਾਹਿਬ ਹਰ ਕੀ ਪੌੜੀ ਵਿਖੇ ਸੁਸ਼ੋਭਿਤ ਹੱਥ ਲਿਖਤ ਬੀੜ, ਜਿਸ ਵਿੱਚ ਗੋਲੀ ਲੱਗੀ ਹੈ, ਦੇ ਵੀ ਦਰਸ਼ਨ ਕੀਤੇ ਸਨ। ਕਿਸੇ ਨੇ ਦੱਸਿਆ ਕਿ ਜਦੋਂ ਗਿਆਨੀ ਜੈਲ ਸਿੰਘ ਜੀ ਆਏ ਸਨ ਉਦੋਂ ਵੀ ਫਾਇਰਿੰਗ ਹੋ ਰਹੀ ਸੀ ਅਤੇ ਬੰਗਾ ਰਾਮਗੜੀਆ ਚੋਂ ਕਥਿਤ ਅੱਤਵਾਦੀਆਂ ਵੱਲੋਂ ਚਲਾਈ ਗਈ ਇੱਕ ਗੋਲੀ ਉਹਨਾਂ ਦੇ ਅੰਗ ਰਕਸ਼ਕ ਨੂੰ ਲੱਗੀ ਹੈ। ਇੱਕ ਦੋਸਤ ਪ੍ਰੈਸ ਫੋਟੋਗ੍ਰਾਫਰ ਮਿਲੇ। ਉਹਨਾਂ ਦੱਸਿਆ ਕਿ ਕੁਝ ਫੌਜੀ ਉਸ ਨੂੰ ਬੁਲਾਉਣ ਆਏ ਸਨ ਕਿ ਅੰਦਰ ਲਾਸ਼ਾਂ ਆਦੀਆਂ ਫੋਟੋਆਂ ਖਿੱਚ ਦਿਓ, ਪਰ ਉਸ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਕੈਮਰਾ ਅਤੇ ਫਿਲਮਾਂ ਸਟੂਡੀਓ ਵਿੱਚ ਪਈਆਂ ਹਨ। ਉਸ ਨੇ ਹੋਰ 2-3 ਫੋਟੋਗ੍ਰਾਫਰਾਂ ਦਾ ਐਡਰੈਸ ਦੇ ਦਿੱਤਾ ਸੀ, ਪਰ ਇਤਨੇ ਨੂੰ ਦਿੱਲੀ ਤੋਂ ਫੌਜ ਦਾ ਹੀ ਫੋਟੋਗ੍ਰਾਫਰ ਆ ਗਿਆ। ਇੱਕ ਹੋਰ ਦੋਸਤ ਜੋ ਇਸਲਾਮਾਬਾਦ ਦਾ ਰਹਿਣ ਵਾਲਾ ਹੈ, ਹਿੰਦੂ ਵੀਰ, ਉਸ ਨੇ ਦੱਸਿਆ ਕਿ ਉਸ ਦੇ ਇਲਾਕੇ ਵਿੱਚ ਫੌਜੀ ਆ ਕੇ ਜਮਾਦਾਰਾਂ ਸਫਾਈ ਮਜ਼ਦੂਰਾਂ ਨੂੰ ਲਾਸ਼ਾਂ ਚੁੱਕਣ ਲਈ ਲੈ ਕੇ ਗਏ ਸਨ। ਗਰਮੀ ਕਾਰਨ ਲਾਸ਼ਾਂ ਬਹੁਤ ਖਰਾਬ ਹੋ ਚੁੱਕੀਆਂ ਸਨ, ਬਦਬੂ ਵੀ ਬਹੁਤ ਆ ਰਹੀ ਸੀ। ਸ਼ਾਇਦ ਇੱਕ ਲਾਸ਼ ਚੁੱਕਣ ਦੇ 50 ਰੁਪਏ ਦਿੱਤੇ ਗਏ ਹਨ। ਪਹਿਲਾਂ ਸਫਾਈ ਮਜ਼ਦੂਰਾਂ ਨੂੰ ਸ਼ਰਾਬ ਵੀ ਪਿਲਾਈ ਗਈ। ਜਮਾਦਾਰਾਂ ਨੂੰ ਇਹ ਵੀ ਪੂਰੀ ਖੁੱਲ੍ਹ ਸੀ ਕਿ ਹਰ ਲਾਸ਼ ਦੀ ਘੜੀ, ਸੋਨੇ ਦਾ ਕੜਾ, ਪੈਸੇ ਆਦਿ ਉਹ ਆਪ ਹੀ ਰੱਖ ਸਕਦੇ ਹਨ। ਦੋਸਤ ਨੇ ਦੱਸਿਆ ਕਿ ਲਾਸ਼ਾਂ ਚੁੱਕਣ ਵਾਲਿਆਂ ਨੇ ਖੂਬ ਜੇਬਾਂ ਭਰੀਆਂ ਹਨ। ਨਗਰ ਪਾਲਿਕਾ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਵਿੱਚ ਲਾਸ਼ਾਂ ਢੋਈਆਂ ਗਈਆਂ ਹਨ। ਵਿਦੇਸ਼ੀ ਸਮਾਚਾਰ ਏਜੰਸੀ AP ਦੇ ਸਟਾਫ ਰਿਪੋਰਟਰ ਚੇਲਾਨੀ ਕੋਤਵਾਲੀ ਮਿਲੇ। 3 ਜੂਨ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਉਣ ਪਿੱਛੋਂ ਫੌਜ ਨੇ ਅੰਮ੍ਰਿਤਸਰ ਦੇ 3 ਸਟਾਰ ਹੋਟਲਾਂ ਵਿੱਚ ਠਹਿਰੇ ਵਿਦੇਸ਼ੀ ਅਖਬਾਰਾਂ ਜਾਂ ਏਜੰਸੀਆਂ ਨੂੰ ਖਬਰਾਂ ਭੇਜਣ ਵਾਲੇ ਸਾਰੇ ਪੱਤਰਕਾਰ ਜ਼ਬਰਦਸਤੀ ਕੱਢ ਕੇ ਦਿੱਲੀ ਭੇਜ ਦਿੱਤੇ ਸਨ। ਚੇਲਾਨੀ ਜਿਸ ਹੋਟਲ ਵਿੱਚ ਠਹਿਰਿਆ ਉਹ ਫੌਜ ਜਾਂ ਪੁਲਿਸ ਦੇ ਨੋਟਿਸ ਵਿੱਚ ਨਾ ਆਇਆ। ਚੇਲਾਨੀ ਸਾਨੂੰ ਇਸ ਤੋਂ ਪਹਿਲਾਂ ਵੀ ਜਸਪਾਲ UNI ਨਾਲ 1-2 ਵਾਰੀ ਗਿੱਲ ਦੇ ਘਰ ਮਿਲਿਆ ਸੀ। ਇੱਥੋਂ ਵਾਪਸ ਜਾ ਕੇ ਚੇਲਾਨੀ ਨੇ ਫੌਜੀ ਐਕਸ਼ਨ ਬਾਰੇ ਜੋ ਖਬਰਾਂ ਭੇਜੀਆਂ ਬਿਲਕੁਲ ਸਹੀ ਸਨ। ਉਹ ਵਿਦੇਸ਼ਾਂ ਦੇ ਕਈ ਅਖਬਾਰਾਂ ਵਿੱਚ ਛਪੀਆਂ, ਜਿਸ ਨਾਲ ਸਰਕਾਰ ਦੇ ਕਈ ਦਾਅਵੇ ਝੂਠੇ ਸਾਬਤ ਹੋ ਗਏ। ਪਿੱਛੋਂ ਸਰਕਾਰ ਨੇ ਉਸ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਫੀ ਪਰੇਸ਼ਾਨ ਵੀ ਕੀਤਾ। ਅੱਜ ਸਵੇਰੇ 7:25 ਦੇ ਕਰੀਬ ਫਿਰ MMG ਦੀਆਂ ਗੋਲੀਆਂ ਦੀ ਆਵਾਜ਼ ਆਈ ਹੈ। ਹੈਲੀਕਾਪਟਰ ਉੱਡ ਰਿਹਾ ਹੈ। ਇਸ ਤੋਂ ਪਿੱਛੋਂ 9:15 ਦੇ ਕਰੀਬ ਫਿਰ ਕਿਤੋਂ ਤੋਪਾਂ ਚੱਲਣ ਦੀ ਆਵਾਜ਼ ਕਾਫੀ ਦੇਰ ਆਉਂਦੀ ਰਹੀ। ਸਾਡੇ ਸਾਹਮਣੇ ਦੀ ਸੜਕ ਤੋਂ ਮਿਲਟਰੀ ਕੈਂਪ ਵੱਲੋਂ ਫੌਜ ਦੀਆਂ ਭਰੀਆਂ 3 ਗੱਡੀਆਂ ਲੰਘੀਆਂ ਹਨ। ਸ਼ਾਮੀ 2 ਤੋਂ 5 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ। ਮੈਂ ਤੇ ਤੋਮਰ ਜੇਠ-ਹਾੜ ਦੀ ਕੜਕਦੀ ਧੁੱਪ ਵਿੱਚ ਪੈਦਲ ਹੀ ਦਰਬਾਰ ਸਾਹਿਬ ਵੱਲ ਆਏ। ਸਕੂਟਰਾਂ ਤੇ ਹਾਲੇ ਪਾਬੰਦੀ ਹੈ, ਪਰ ਮਿਲਟਰੀ ਨੇ ਧਰਮ ਸਿੰਘ ਮਾਰਕੀਟ ਵਾਲੇ ਚੌਂਕ ਤੋਂ ਅੱਗੇ ਨਹੀਂ ਜਾਣ ਦਿੱਤਾ। ਸਾਰਾ ਸ਼ਹਿਰ ਹੀ, ਕੀ ਹਿੰਦੂ ਕੀ ਸਿੱਖ, ਸ੍ਰੀ ਦਰਬਾਰ ਸਾਹਿਬ ਵੱਲ ਉਮੜ ਪਿਆ ਸੀ। ਅਸੀਂ ਕਈ ਗਲੀਆਂ ਵਿੱਚ ਦੀ ਹੁੰਦੇ ਹੋਏ ਕੋਸ਼ਿਸ਼ ਕੀਤੀ ਕਿ ਜਲਿਆਂਵਾਲੇ ਬਾਗ ਲਾਗੇ ਪਹੁੰਚ ਕੇ ਦੂਰੋਂ ਹੀ ਦਰਬਾਰ ਸਾਹਿਬ ਦੀ ਹਾਲਤ ਵੇਖ ਸਕੀਏ, ਪਰ ਫੌਜ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਦੁਕਾਨਾਂ ਤੇ ਬੜੀ ਹੀ ਭੀੜ ਸੀ। ਲੋਕੀ ਆਟਾ, ਦਾਲਾਂ, ਖੰਡ, ਸੁੱਕਾ ਦੁੱਧ ਆਦਿ ਖਰੀਦ ਰਹੇ ਸਨ। ਮੌਕੇ ਦਾ ਫਾਇਦਾ ਉਠਾ ਕੇ ਦੁਕਾਨਦਾਰ ਲੋਕਾਂ ਦੀ ਛਿੱਲ ਲਾਹ ਰਹੇ ਸਨ। ਇੱਕ ਫਿਰਕੇ ਦੇ ਲੋਕ ਬੜੇ ਖੁਸ਼ ਨਜ਼ਰ ਆ ਰਹੇ ਹਨ, ਇੱਕ ਦੂਜੇ ਨੂੰ ਗਲਵੱਕੜੀਆਂ ਪਾ ਰਹੇ ਹਨ, ਵਧਾਈਆਂ ਦੇ ਰਹੇ ਹਨ। 10 ਜੂਨ 1984 ਦਰਬਾਰ ਸਾਹਿਬ ਵੇਖ ਕੇ ਕਲੇਜਾ ਧੋਇਆ ਗਿਆ। BBC ਨੇ ਸਵੇਰੇ ਖਬਰ ਦਿੱਤੀ ਹੈ ਕਿ ਗੰਗਾਨਗਰ ਵਿਖੇ ਸਿੱਖ ਰੈਜੀਮੈਂਟ ਦੇ ਲਗਭਗ 400 ਜਵਾਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਵਿਰੁੱਧ
ਰੋਸ ਪ੍ਰਗਟ ਕਰਨ ਲਈ ਬਗਾਵਤ ਕਰ ਦਿੱਤੀ ਹੈ। ਉਹਨਾਂ ਨੇ ਅਸਲਾ ਲੁੱਟ ਲਿਆ ਅਤੇ ਗੱਡੀਆਂ ਲੈ ਕੇ ਪੰਜਾਬ ਦੀ ਸੀਮਾ ਵਿੱਚ ਪਹੁੰਚ ਗਏ। ਪਿੱਛੋਂ ਹੋਰ ਰੈਜੀਮੈਂਟਾਂ ਨੇ ਉਹਨਾਂ ਦਾ ਪਿੱਛਾ ਕੀਤਾ। ਹੈਲੀਕਾਪਟਰ ਨਾਲ ਉਹਨਾਂ ਦੀ ਮੂਵਮੈਂਟ ਵੇਖ ਦੋਵਾਂ ਵਿੱਚ ਲੜਾਈ ਹੋਈ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਅਨੇਕਾਂ ਜਵਾਨ ਮਾਰੇ ਗਏ ਹਨ। ਰਾਮਗੜ੍ਹ ਤੋਂ ਵੀ ਅਜਿਹੀਆਂ ਹੀ ਖਬਰਾਂ ਮਿਲੀਆਂ ਹਨ। ਅੰਮ੍ਰਿਤਸਰ ਕੈਂਪ ਵਿੱਚ ਸਿੱਖ ਲਾਈਟ ਇਨਫੈਂਟਰੀ ਸੀ। ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਫੌਜੀ ਐਕਸ਼ਨ ਵਿੱਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਸੀ। ਜਿਸ ਦਿਨ ਹਮਲਾ ਹੋਇਆ ਉਹਨਾਂ ਨੇ ਖਾਣਾ ਨਾ ਖਾਧਾ। ਉਹਨਾਂ ਸਭਨਾਂ ਨੂੰ ਇੱਥੋਂ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰੋਫੈਸਰ SP ਧਵਨ, ਜੋ ਤੋਮਰ ਦੇ ਲਾਗੇ ਹੀ ਇੱਕ ਸਰਕਾਰੀ ਕਾਲੋਨੀ ਵਿੱਚ ਰਹਿੰਦੇ ਹਨ ਅਤੇ ਅਕਸਰ ਉਸ ਦੇ ਘਰ ਆਉਂਦੇ ਰਹਿੰਦੇ ਹਨ, ਨੇ ਦੱਸਿਆ ਕਿ ਸਰਦਾਰ ਲਹਿਣਾ ਸਿੰਘ ਤੋੜ MP ਦੇ ਛੋਟੇ ਭਾਈ ਡਾਕਟਰ ਗੁਰਚਰਨ ਸਿੰਘ, ਜੋ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਡਾਕਟਰ ਲੱਗੇ ਹੋਏ ਸਨ, ਆਪਣੇ ਘਰ ਦੀ ਛੱਤ ਤੇ ਬੈਠੇ ਕੁਝ ਪੜ੍ਹ ਰਹੇ ਸਨ। ਫੌਜ ਨੇ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਹੈ। ਇੱਕ ਹੋਰ ਦੋਸਤ ਨੇ ਦੱਸਿਆ ਕਿ ਇੱਕ ਸਿੱਖ ਅਫਸਰ ਆਪਣੀ ਕੋਠੀ ਦੇ ਲਾਈਨ ਵਿੱਚ ਖੜੇ ਸਨ, ਸਿਰ ਤੇ ਪਟਕਾ ਬੰਨਿਆ ਸੀ। ਕੋਠੀ ਅਗਲੀ ਸੜਕ ਤੋਂ ਇੱਕ ਫੌਜੀ ਜੀਪ ਲੰਘੀ। ਝੱਟ ਹੀ ਇਹ ਜੀਪ ਵਾਪਸ ਆ ਕੇ ਕੋਠੀ ਅੱਗੇ ਖੜੋ ਗਈ। ਕੁਦਰਤੀ ਜੀਪ ਵਿੱਚ ਇੱਕ ਸਿੱਖ ਕੈਪਟਨ ਵੀ ਸੀ। ਉਸ ਨੇ ਪੁੱਛਿਆ, ਸਰਦਾਰ ਜੀ, ਤੁਸੀਂ ਇੱਥੇ ਕਿਉਂ ਖੜੇ ਹੋ? ਉਸ ਨੇ ਜਵਾਬ ਦਿੱਤਾ, ਇਹ ਮੇਰਾ ਘਰ ਹੈ। ਇਸ ਤੇ ਸਿੱਖ ਜਵਾਨ ਨੇ ਕਿਹਾ, ਅੰਦਰ ਚਲੇ ਜਾਓ, ਸਾਡੀ ਫੌਜ ਹਲਕ ਗਈ ਹੈ। ਅੱਜ ਸ਼ਹਿਰ ਵਿੱਚ 12 ਵਜੇ ਤੋਂ 5 ਵਜੇ ਤੱਕ ਅਤੇ 4 ਦੀਵਾਰੀ ਵਾਲੇ ਪੁਰਾਣੇ ਸ਼ਹਿਰ ਵਿੱਚ 12 ਤੋਂ 2 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਮੈਂ ਤੇ ਤੋਮਰ ਜਲਿਆਂਵਾਲੇ ਬਾਗ ਤੱਕ ਗਏ। ਉੱਥੇ ਖੜੋ ਕੇ ਸ੍ਰੀ ਦਰਬਾਰ ਸਾਹਿਬ ਵੱਲ ਝਾਤ ਮਾਰੀ, ਕਲੇਜਾ ਧੋਇਆ ਗਿਆ। ਸਾਹਮਣੀ ਦੀਵਾਰ ਤੇ ਗੋਲੀਆਂ ਦੇ ਬੁਛਾੜ ਦਿਸ ਰਹੀ ਸੀ। ਗੁੰਬਦ ਛਲਣੀ ਹੋਏ ਪਏ ਸਨ। ਵੱਡੇ ਗੁੰਬਦ ਤੇ ਲੱਗੇ ਕਲਾਕ, ਵੱਡੀਆਂ ਘੜੀਆਂ ਦਾ ਡਾਇਲ ਅਤੇ ਸੂਈਆਂ ਨਸ਼ਟ ਹੋ ਚੁੱਕੀਆਂ ਸਨ। ਸੱਜੇ ਪਾਸੇ ਮੈਂ ਆਪਣੇ ਕੁਆਟਰ ਤਾਂ ਨਾ ਵੇਖ ਸਕਿਆ, ਪਰ ਲਾਗਲੇ ਕਈ ਕੁਆਟਰਾਂ ਵਿੱਚ ਫੌਜੀ ਫਿਰਦੇ ਦਿਸ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੀ ਇਹ ਬਰਬਾਦੀ ਬਾਹਰੋਂ ਵੇਖ ਕੇ ਮਨ ਇੱਕਦਮ ਉਦਾਸ ਹੋ ਗਿਆ। ਥੋੜੀ ਦੇਰ ਕੋਤਵਾਲੀ ਰੁਕ ਕੇ ਘਰ ਵਾਪਸ ਆ ਗਿਆ। ਭਾਵੇਂ ਕਿ 5 ਵਜੇ ਤੱਕ ਬਾਹਰ ਰਿਹਾ ਜਾ ਸਕਦਾ ਸੀ। ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰ ਹੈ, ਭਗਤੀ ਅਤੇ ਸ਼ਕਤੀ ਦਾ ਕੇਂਦਰ ਹੈ। ਉਹਨਾਂ ਦੀ ਸ਼ਖਸੀਅਤ ਦਾ ਇੱਕ ਅਟੁੱਟ ਅੰਗ ਹੈ। ਸਗੋਂ ਇਸ ਤੋਂ ਵੱਧ ਪਾਵਨ, ਮਹਾਨ ਅਤੇ ਪੂਜਣਯੋਗ ਅਸਥਾਨ ਹੈ, ਜਿਸ ਤੇ ਵੱਡੀ ਤੋਂ ਵੱਡੀ ਕੁਰਬਾਨੀ ਕੀਤੀ ਜਾ ਸਕਦੀ ਹੈ। ਇਸ ਸਰਵੋਤਮ ਅਸਥਾਨ ਦੀ ਇਹ ਬਰਬਾਦੀ ਸਿੱਖ ਕਿਵੇਂ ਵੇਖ ਸਕਦੇ ਹਨ, ਕਿਵੇਂ ਸਹਾਰ ਸਕਦੇ ਹਨ? ਜੋ ਵੀ ਮਿਲਦਾ ਹੈ, ਕੋਈ ਨਵੀਂ ਗੱਲ ਸੁਣਾਉਂਦਾ ਹੈ, ਕੁਝ ਸੱਚੀ, ਕੁਝ ਸੁਣੀ ਸੁਣਾਈ ਜਾਂ ਕੇਵਲ ਅਫਵਾਹ। 4 ਦੀਵਾਰੀ ਵਾਲੇ ਸ਼ਹਿਰ ਵੱਲ ਆਉਂਦਿਆਂ ਭੰਡਾਰੀ ਪੁਲ ਲਾਗੇ ਸ਼੍ਰੋਮਣੀ ਕਮੇਟੀ ਦਾ ਇੱਕ ਬਜ਼ੁਰਗ ਸੇਵਾਦਾਰ ਪਰਦੇਸੀ ਮਿਲ ਗਿਆ। ਉਸ ਨੂੰ ਪੁੱਛਿਆ, ਕੀ ਹਾਲ ਹੈ? ਰੋਣ ਹਾਕਾ ਹੋ ਕੇ ਉਹ ਕਹਿਣ ਲੱਗਾ ਕਿ ਅਸੀਂ ਬਾਗ ਵਾਲੀ ਗਲੀ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਰਹਿੰਦੇ ਹਾਂ। ਉਧਰ ਵੀ ਅੱਜ ਅੱਗ ਲਗਾ ਦਿੱਤੀ ਗਈ ਹੈ। ਮਸਾਂ ਬਚ ਕੇ ਖਾਲੀ ਹੱਥ ਨਿਕਲ ਕੇ ਆਇਆ ਹਾਂ। SP ਸਿਟੀ ਸ੍ਰੀ ਸੀਤਲ ਦਾਸ ਦੇ ਦਫ਼ਤਰ ਸਰਦਾਰ ਕਿਰਪਾਲ ਸਿੰਘ, ਪ੍ਰਧਾਨ ਚੀਫ ਖਾਲਸਾ ਦੀਵਾਨ ਸਰਦਾਰ ਹਰਭਜਨ ਸਿੰਘ ਸੰਧੂ ਤੇ ਹੋਰ ਕਈ ਅਕਾਲੀ ਲੀਡਰ ਮਿਲੇ। ਸ੍ਰੀ ਸੀਤਲ ਦਾਸ ਪਟਿਆਲੇ SP ਲੱਗੇ ਹੋਏ ਸਨ ਜਦੋਂ ਅਗਸਤ 1988 ਵਿੱਚ ਖਾੜਕੂ ਸਫਾ ਚੋਂ ਆਏ ਇੱਕ ਪੁਲਿਸ ਇੰਸਪੈਕਟਰ ਦਲਬੀਰ ਸਿੰਘ ਨੇ ਮਾਰ ਦਿੱਤਾ ਸੀ। ਦਲਬੀਰ ਸਿੰਘ ਨੂੰ ਸ੍ਰੀ ਰਬੈਰੋ ਨੇ ਖਾੜਕੂਆਂ ਦੀ ਪਛਾਣ ਕਰਨ ਤੇ ਮਾਰਨ ਲਈ ਭਰਤੀ ਕੀਤਾ ਸੀ। ਸਰਦਾਰ ਹਰਭਜਨ ਸਿੰਘ ਸੰਧੂ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਮੰਤਰੀ ਮੰਡਲ 'ਚ ਮੰਤਰੀ ਬਣੇ। ਜੂਨ 1991 ਦੀਆਂ ਚੋਣਾਂ ਸਮੇਂ ਖਾੜਕੂਆਂ ਨੇ ਉਹਨਾਂ ਨੂੰ ਮਾਰ ਦਿੱਤਾ ਸੀ। ਸਰਦਾਰ ਕਿਰਪਾਲ ਸਿੰਘ ਨੇ SP ਸਿਟੀ ਨੂੰ ਇਹ ਕਹਿ ਕੇ ਸਖਤ ਪ੍ਰੋਟੈਸਟ ਕੀਤਾ, ਜਿਸ ਗੱਡੀ ਵਿੱਚ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦੇਹ ਨੂੰ ਸੰਸਕਾਰ ਕਰਨ ਲਈ ਲਿਜਾਇਆ ਗਿਆ ਸੀ, ਮੈਂ ਉਸ ਦਾ ਨੰਬਰ ਨੋਟ ਕੀਤਾ ਹੈ। ਉਹ ਨਗਰ ਪਾਲਿਕਾ ਦੀ ਕੂੜਾ ਢੋਣ ਵਾਲੀ ਗੱਡੀ ਸੀ। ਗਿਆਨੀ ਜੀ ਦੀ ਮਹਾਨ ਸ਼ਖਸੀਅਤ ਦਾ ਖਿਆਲ ਰੱਖਣਾ ਚਾਹੀਦਾ ਸੀ। SP ਅੱਗੋਂ ਕੁਝ ਨਾ ਬੋਲੇ। ਇੱਥੇ ਹੀ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਐਡੀਟਰ ਸਰਦਾਰ ਜਗਜੀਤ ਸਿੰਘ ਬੀਰ, ਜੋ 3 ਜੂਨ ਦੇ ਇੱਥੇ ਆਏ ਹੋਏ ਹਨ, ਮਿਲੇ ਅਤੇ ਉਹਨਾਂ ਦੱਸਿਆ ਉਹ ਇੱਕ ਡਾਕਟਰ ਦੀ ਮਦਦ ਨਾਲ ਇੱਕ ਹਸਪਤਾਲ ਜਾ ਕੇ ਆਏ ਹਨ। ਉੱਥੇ ਜ਼ਖਮੀ ਸਿੰਘਾਂ ਦਾ ਬੁਰਾ ਹੀ ਹਾਲ ਹੈ। ਕੋਈ ਉਹਨਾਂ ਵੱਲ ਤਵੱਜੋ ਨਹੀਂ ਦੇ ਰਿਹਾ।
ਬਿਨਾਂ ਇਲਾਜ ਕਈਆਂ ਦੀ ਹਾਲਤ ਬੜੀ ਹੀ ਨਾਜ਼ੁਕ ਹੈ। ਇੱਕ ਫਿਰਕੇ ਦੇ ਲੋਕ ਕੱਲ ਵਾਂਗ ਹੀ ਬੜੇ ਖੁਸ਼ ਸਨ। ਨਿਰਜਲਾ ਇਕਾਦਸ਼ੀ ਹੋਣ ਕਰਕੇ ਅੱਜ ਬਾਜ਼ਾਰ ਵਿੱਚ ਰੌਣਕ ਕਾਫੀ ਸੀ। ਕਈ ਥਾਵਾਂ ਤੇ ਛਬੀਲਾਂ ਲਗਾਈਆਂ ਗਈਆਂ ਸਨ। ਰਾਤ ਅਸੀਂ ਗਿੱਲ ਦੇ ਘਰ ਗਏ। ਟੀਵੀ ਤੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਨ੍ਹਾਂ ਦੀ ਅਗਵਾਈ ਵਿੱਚ ਫੌਜੀ ਕਾਰਵਾਈ ਕੀਤੀ ਗਈ ਸੀ, ਦੀ ਇੰਟਰਵਿਊ ਸੀ। ਉਹ ਬੜਾ ਹੀ ਝੁੰਝਲਾਏ ਹੋਏ ਬੋਲ ਰਹੇ ਸਨ। ਉਹਨਾਂ ਕਿਹਾ, ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਅੱਤਵਾਦੀਆਂ ਨੂੰ ਵਿਦੇਸ਼ੀ ਸਹਾਇਤਾ ਮਿਲਦੀ ਸੀ। ਅੱਤਵਾਦੀਆਂ ਪਾਸ ਚੀਨੀ ਹਥਿਆਰ ਹਨ ਜੋ ਪਾਕਿਸਤਾਨ ਰਾਹੀਂ ਆਏ ਹਨ। ਪੂਰੇ ਇੱਕ ਹਫ਼ਤੇ ਪਿੱਛੋਂ ਰਾਤੀ 11 ਵਜੇ ਦੇ ਕਰੀਬ ਟੈਲੀਫੋਨ ਦੁਬਾਰਾ ਬਹਾਲ ਕਰ ਦਿੱਤੇ ਗਏ। ਡੈਰੀ ਦੇ ਪੰਨੇ ਹਰਬੀਰ ਸਿੰਘ ਭੰਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।